ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ। ਮੈਂ ਅਮਰਜੀਤ ਕੌਰ ਦੁਆ ਆਪ ਜੀ ਦੇ ਨਾਲ ਇੱਕ ਓਂਕਾਰ, ਇੱਕ ਪਰਮਾਤਮਾ ਦੀ ਇਸ ਘੜੀ ਦੇ ਵਿੱਚ ਆਪ ਜੀ ਦੇ ਨਾਲ ਜਪਜੀ ਸਾਹਿਬ ਦੀ ਆਪਾਂ ਰਲ ਕੇ ਖੋਜ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ ਅਤੇ ਉਸ ਦੀ ਖੂਬਸੂਰਤ ਬਾਣੀ ਨੂੰ ਸਮਝ ਰਹੇ ਹਾਂ। ਅਤੇ ਆਪਾਂ ਪਿਛਲੀ ਐਪੀਸੋਡ ਵਿੱਚ ਪੌੜੀ ਨੰਬਰ 27 ਤੱਕ ਕਰ ਬੈਠੇ ਹਾਂ ਅਤੇ ਉਸ ਦੇ ਵਿੱਚ ਉਸ ਦੀ ਕਿਵੇਂ ਦੁਨੀਆ ਗਾ ਰਹੀ ਹੈ। ਗਾਵੇ ਗਾਵੇ ਸੋਦਰ ਦੀ ਪੌੜੀ ਹੈ। ਸੋਦਰ ਤੇਰਾ ਕਿਹਾ ਮਤਲਬ ਕਿ ਇੰਨੀ ਸੋਹਣੀ ਉਸਦੀ ਰਚਨਾ ਹੈ, ਉਸਦੀ ਜ਼ਿਕਰ ਕਰ ਰਹੇ ਹਾਂ। ਸੋਦਰ ਕਿਹਾ ਸੋ ਕਰ ਕਿਹਾ ਅਤੇ ਗਾਵੇ 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 ਉਹ ਸਾਰੇ ਉਸਦੀ 27 ਪੌੜੀ ਵਿੱਚ ਆਪਾਂ ਸਮਝਿਆ ਕਿ ਕੁਦਰਤ ਕਿਵੇਂ ਇੰਨੀ ਵੱਡੀ ਹੈ, ਕਿੰਨੇ ਰੰਗ ਉਹਨੇ ਪਾਇਆ ਉਹਦੇ ਵਿੱਚ। ਸਾਰੇ ਉਸਦੇ ਗਾ ਰਹੇ ਨੇ, ਦੇਵੀ ਦੇਵਤਾ ਅਤੇ ਕੀੜੇ ਮਕੌੜੇ, ਮਤਲਬ ਸਭ ਕੁਛ ਉਸਦੇ ਵਿੱਚ ਬਹੁਤ ਹੀ ਆਪਾਂ ਕੁਦਰਤ ਦੀ ਵਡਿਆਈ ਨੂੰ ਗੁਰੂ ਨਾਨਕ ਨੇ ਕੁਦਰਤ ਦੀ ਵਡਿਆਈ ਨੂੰ ਸਾਡੇ ਸਾਹਮਣੇ ਰੱਖਿਆ ਅਤੇ ਅਸੀਂ ਉਸਨੂੰ ਪਿਆਰ ਨਾਲ ਸਮਝਿਆ। ਅੱਜ ਆਪਾਂ ਚੱਲਦੇ ਹਾਂ ਪੌੜੀ ਨੰਬਰ 28 'ਤੇ। ਪੌੜੀ ਨੰਬਰ 28 ਤੋਂ ਲੈ ਕੇ ਪੌੜੀ 31 ਤੱਕ ਇਸ ਦੇ ਵਿੱਚ ਗੁਰੂ ਜ਼ਿਕਰ ਕਰਨਗੇ ਸਿਮਰਨ ਦੀ ਕਿ ਨਾਮ ਇੱਕ ਹੀ ਰਸਤਾ ਹੈ ਸਾਨੂੰ, ਅਤੇ ਸਾਡੇ ਅਤੇ ਅਕਾਲ ਪੁਰਖ ਦੇ ਵਿੱਚ ਜਿਹੜੀ ਗੈਪ ਹੈਗਾ ਉਸਦੀ ਵਡਿਆਈ ਅਤੇ ਸਾਡੀ ਸਾਧਾਰਾਪਣ, ਇਹ ਜਿਹੜੀ ਗੈਪ ਅਸੀਂ ਬ੍ਰਿਜ ਕਰਨਾ ਹੈ ਕਿਉਂਕਿ ਅਸੀਂ ਅਕਾਲ ਪੁਰਖ ਵਰਗਾ ਹੀ ਬਣਨਾ, ਇਹ ਸਾਡੀ ਜ਼ਿੰਦਗੀ ਦਾ ਮਕਸਦ ਹੈ। ਅਸੀਂ ਨਹੀਂ ਸਮਝ ਸਕਦੇ ਹਾਂ ਪਰ ਹੈ ਸਾਡੀ ਜ਼ਿੰਦਗੀ ਦਾ ਮਕਸਦ ਕਿ ਅਸੀਂ ਅਕਾਲ ਪੁਰਖ ਵਰਗਾ ਬਣਨਾ ਹੈ। ਅਤੇ ਜੇ ਅਸੀਂ ਨਹੀਂ ਸਮਝਿਆ ਇਸ ਗੱਲ ਨੂੰ ਤਾਂ ਬਹੁਤ ਮਤਲਬ ਸੋਚਣੀ ਪਏਗੀ ਕਿ ਕਿਉਂਕਿ ਅਕਾਲ ਪੁਰਖ ਦੀ ਗੱਲ ਨੂੰ ਸਮਝਣੀ ਅਤੇ ਅਕਾਲ ਪੁਰਖ ਦੀ ਵਡਿਆਈ ਨੂੰ ਸਮਝਣੀ, ਅਤੇ ਅਸੀਂ ਆਪਣੇ ਆਪ ਨੂੰ ਇੰਨਾ ਛੋਟਾ ਵੇਖਿਆ ਅਤੇ ਤਾਂ ਵੀ ਪਤਾ ਸਾਨੂੰ ਲੱਗਣਾ ਕਿ ਉਸਦੀ ਅਸੀਂ ਇੱਥੇ ਹਾਂ ਇੰਨੀ ਕੁ ਛੋਟੀ ਹਾਂ ਅਤੇ ਉਹ ਇੰਨੇ ਵੱਡੇ ਨੇ, ਉਸਦੀ ਵਡਿਆਈ ਦੀ ਸੀਮਾ ਹੀ ਨਹੀਂ ਅਸੀਂ ਪਾ ਸਕਦੇ ਹਾਂ ਅਤੇ ਅਸੀਂ ਉਹਨਾਂ ਵਰਗਾ ਬਣਨਾ। ਕਈ ਵਾਰੀ ਇਹ ਗੱਲ ਬਹੁਤ ਹੀ ਵੱਡੀ ਲੱਗਦੀ ਹੈ। ਅਸੀਂ ਦੁਨੀਆ ਵਿੱਚ ਛੋਟੀ ਜਿੰਨੇ ਹਾਂ, ਸਾਡੀ ਕਿੰਨੀ ਕੁ ਹੋਂਦ ਹੈ ਦਿਸਦੀ ਵੀ ਨਹੀਂ। ਉਹ ਅਕਾਲ ਪੁਰਖ ਦੀ ਕਿੰਨੀ ਵਡਿਆਈ ਹੈ ਅਤੇ ਅਸੀਂ ਉਸ ਦੀ ਵਡਿਆਈ ਦੇ ਵਿੱਚ ਰਹਿੰਦੇ ਹਾਂ। ਉਸ ਦੀ ਵਡਿਆਈ ਦੇ ਵਿੱਚ ਅਸੀਂ ਉਸਨੂੰ ਪ੍ਰੇਜ਼ ਕਰਨੇ ਹਾਂ, ਪਰ ਉਹ ਨਹੀਂ ਕਹਿੰਦੇ ਪਏ ਨੇ ਕਿ ਇੱਥੇ ਅਸੀਂ ਸਮਝਦੇ ਗੁਰੂ ਦੀ ਗੱਲ ਨੂੰ ਕਿ ਉਸ ਦੀ ਪ੍ਰੇਜ਼ ਕਰਨ ਦੀ ਗੱਲ ਨਹੀਂ ਹੈਗਾ। ਉਹ ਅਸੀਂ ਪ੍ਰੇਜ਼ ਤਾਂ ਕਰੀਏ, ਗੁਰੂ ਜੀ ਕਹਿੰਦੇ ਨੇ, ਜੇ ਉਸ ਨੂੰ ਪ੍ਰੇਜ਼ ਚੰਗਾ ਲੱਗੇ। ਅਤੇ ਉਸ ਨੂੰ ਪ੍ਰੇਜ਼ ਕਿਉਂ ਚੰਗਾ ਲੱਗੇ ਜੇ ਅਸੀਂ ਉਸ ਦਾ ਕਹਿਣਾ ਹੀ ਨਾ ਮੰਨੀਏ। ਜਿਵੇਂ ਆਪਾਂ ਆਪਣੇ ਬੱਚੇ ਨੂੰ ਦੇਖੀਏ, ਮੇਰੇ ਬੱਚੇ ਮੇਰਾ ਕਹਿਣਾ ਨਾ ਮੰਨੇ ਅਤੇ ਮੇਰਾ ਸਿਫਤ ਕਰਦੇ ਨੇ ਪਰ ਮੇਰੀ ਕਹਿਣਾ ਨਹੀਂ ਮੰਨਦੇ ਨੇ ਅਤੇ ਮੈਨੂੰ ਚੰਗਾ ਲੱਗੇਗਾ। ਸਿਫਤ ਉਸ ਦੀ ਅਸੀਂ ਕਰਾਂਗੇ ਜੇ ਉਸਨੂੰ ਅਸੀਂ ਉਸਦੀ ਕਹਿਣਾ ਮੰਨਾਂਗੇ, ਫਿਰ ਕਬੂਲ ਹੋਏਗੀ ਨਾ। ਜੇ ਤੁਸੀਂ ਵਡਿਆਈ ਕਰੀ ਜਾਓ ਲੇਕਿਨ ਅਕਾਲ ਪੁਰਖ ਜਿਹੜਾ ਸਾਡੇ ਵਾਸਤੇ ਚੰਗੀ ਗੱਲ ਹੈ ਉਹ ਸਾਨੂੰ ਸੁਣਾ ਰਹੇ ਨੇ, ਸਾਨੂੰ ਉਸ ਦੇ ਕਹਿਣਾ ਮੰਨਣਾ ਚਾਹੀਦਾ ਹੈ, ਉਸ ਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ, ਨਾ ਕਿ ਸਿਰਫ ਉਸ ਦੀ ਸਿਫਤ ਕਰਨਾ ਹੈ। ਪਿਛਲੇ ਪੌੜੇ ਵਿੱਚ ਕਿੰਨੇ ਸਾਰੇ ਉਸ ਦੀ ਵਡਿਆਈ ਕਰ ਹੀ ਰਹੇ ਨੇ ਅਤੇ ਅਕਾਲ ਪੁਰਖ ਕਹਿੰਦੇ ਨੇ ਤੂੰ ਸਪੈਸ਼ਲ ਹੈ, ਤੂੰ ਮੇਰੀ ਬੱਚੀ ਹੈ, ਤੂੰ ਇਨਸਾਨ ਹੈ ਅਤੇ ਤੂੰ ਦੇਵੀ ਦੇਵਤਾ ਬਣਨਾ ਹੈ। ਅਤੇ ਤੈਨੂੰ ਮੈਂ ਕਹਿੰਦਾ ਕਿਉਂਕਿ ਤੇਰੇ ਵਿੱਚ ਸੁਰਤੀ ਮੈਂ ਪਾਇਆ ਹੈ, ਬੁੱਧੀ ਪਾਇਆ ਹੈ ਸਾਡੇ ਵਿੱਚ, ਸਾਡੇ ਮਨ, ਸਾਡੇ ਆਤਮਾ ਦੇ ਵਿੱਚ ਮਨ, ਸੁਰਤ, ਮਤ, ਮਨ, ਬੁੱਧ, ਮਤਲਬ ਇਹ ਗੁਰੂ ਨੇ ਸਾਡੇ ਆਤਮਾ ਵਿੱਚ ਇਹ ਗੁਣ ਪਾਏ ਨੇ ਜਿਹੜਾ ਕਿ ਸਾਡੀ ਤਸੀਰ ਹੈ। ਅਤੇ ਅਸੀਂ ਉਸ ਨੂੰ ਕਿਉਂ ਨਾ ਯੂਜ਼ ਕਰੀਏ ਅਕਾਲ ਪੁਰਖ ਨੂੰ ਸਮਝਣ ਵਾਸਤੇ। ਅਕਾਲ ਪੁਰਖ ਦੇ ਸਾਡੇ ਅਤੇ ਅਕਾਲ ਪੁਰਖ ਦਾ ਜਿਹੜਾ ਗੈਪ ਹੈ ਉਸਨੂੰ ਬ੍ਰਿਜ ਕਰਨ ਵਾਸਤੇ ਸਾਨੂੰ ਉਸ ਦੀ ਸੁਣਨੀ ਪਏਗੀ। ਅਸੀਂ ਛੋਟੇ ਜਿਹੇ ਹਾਂ, ਉਹ ਉਸ ਦੀ ਹਸਤੀ ਕੀ ਹੈ, ਉਸ ਦੀ ਹੋਂਦ ਜਿਹੜੀ ਹੈ ਉਹ ਤਾਂ ਸਾਡੇ ਵਰਗਾ ਹੈ, ਮਤਲਬ ਇਨਵਿਜ਼ੀਬਲ ਟਵਿੰਕਲਿੰਗ ਪੁਆਇੰਟ ਆਫ ਲਾਈਟ, ਛੋਟੀ ਜਿਹੀ ਮੈਂ ਜੋਤ, ਉਹ ਵੀ ਜੋਤ।
ਲੇਕਿਨ ਉਹ ਜੋਤ ਜਿਹੜੀ ਹੈ ਉਹ ਇੰਨੀ ਪਵਿੱਤਰ ਹੈ, ਇੰਨੇ ਸ਼ੁੱਧ ਹੈ, ਇੰਨੇ ਮਹਾਨ ਨੇ, ਇੰਨਾ ਉਸ ਦੇ ਵਿੱਚ ਖੂਬਸੂਰਤੀ ਹੈ, ਸ਼ਕਤੀ ਹੈ, ਜਿਹੜਾ ਅਸੀਂ ਸੀਮਾ ਹੀ ਨਹੀਂ ਪਾ ਸਕਦੇ। ਅਤੇ ਉਸ ਨੂੰ ਸਾਰਾ ਕੁਝ ਸਮਝਦੇ ਆ ਅਸੀਂ ਫਿਰ ਵੀ ਇਹ ਖਿਆਲ ਰੱਖਣਾ ਹੈ ਕਿ ਅਸੀਂ ਉਹਨਾਂ ਵਰਗਾ ਬਣਨਾ ਹੈ। ਅਤੇ ਗੁਰੂ ਜੀ ਕਹਿ ਰਹੇ ਨੇ, ਅਕਾਲ ਪੁਰਖ ਕਹਿੰਦੇ ਨੇ ਕਿ ਅਸੀਂ ਉਹਨਾਂ ਵਰਗਾ ਬਣ ਸਕਦੇ ਹਾਂ। ਇਹ ਕਿੰਨੀ ਅੱਛੀ ਗੱਲ ਹੈ ਨਾ ਕਿ ਆਪਾਂ ਰੱਬੀ ਗੁਣ ਆਪਣੇ ਵਿੱਚ ਲਿਆ ਸਕਦੇ ਹਾਂ। ਆਪਾਂ ਉਸ ਦੀ ਪਿਆਰੀ ਪਿਆਰੀ ਗੁਣ ਅਤੇ ਸ਼ਕਤੀ ਜੋ ਅਸੀਂ ਪ੍ਰੇਜ਼ ਕਰ ਰਹੇ ਹਾਂ ਅਤੇ ਸਾਰੀ ਦੁਨੀਆ ਪ੍ਰੇਜ਼ ਕਰ ਰਹੇ, ਉਹ ਸਾਰਾ ਕੁਛ ਆਪਾਂ ਆਪਣੇ ਅੰਦਰ ਲਿਆ ਸਕਦੇ ਹਾਂ। ਆਪਾਂ ਵੀ ਉਸ ਵਰਗਾ, ਉਸ ਦੀ ਰਜ਼ਾ ਵਿੱਚ, ਉਸ ਦੀ ਕੁਦਰਤ ਵਰਗਾ ਉਸ ਦੀ ਰਜ਼ਾ ਵਿੱਚ ਚੱਲ ਰਹੇ ਹਾਂ ਅਤੇ ਲਿਖਿਆ ਅਨੁਸਾਰ ਹੀ ਆਪਾਂ ਉਸ ਦੀ ਖੋਜ ਕਰ ਰਹੇ ਹਾਂ। ਇੱਥੇ ਅਸੀਂ ਪਹੁੰਚ ਗਿਆ, ਜਪਜੀ ਸਾਹਿਬ ਦੀ ਖੋਜ ਕਰ ਰਹੇ ਹਾਂ, ਉਸ ਦੀ ਰਜ਼ਾ ਅਨੁਸਾਰ ਇਹ ਹੋ ਰਿਹਾ ਹੈ। ਉਸ ਦੀ ਰਜ਼ਾ ਤੋਂ ਬਿਨਾਂ ਮੈਂ ਕੌਣ ਜਪਜੀ ਸਾਹਿਬ ਦੀ ਖੋਜ ਕਰਨ ਵਾਲੀ। ਅਤੇ ਤੁਸੀਂ ਵੀ ਅੱਜ ਪਹੁੰਚ ਗਏ ਹੋ, ਇੱਥੇ ਸੁਣ ਰਹੇ ਹੋ ਜਪਜੀ ਸਾਹਿਬ ਦੀ ਵਿਆਖਿਆ, ਅਤੇ ਇਹ ਮਤਲਬ ਵਕਤ ਸਹੀ ਹੈ ਤਾਂ ਅਸੀਂ ਇਕੱਠੇ ਹੋ ਕੇ ਇਸ ਤਰ੍ਹਾਂ ਮਿਲ ਰਹੇ ਹਾਂ। ਇਹ ਗੱਲ ਨੂੰ ਸਮਝਣੀ ਪਏਗੀ ਕਿ ਉਸ ਦੀ ਕੁਦਰਤ ਦੇ ਵਿੱਚ ਹੀ ਚੱਲ ਰਹੇ ਹਾਂ ਅਤੇ ਅਸੀਂ ਸਿਰਫ ਚਲੀ ਜਾ ਰਹੇ ਹਾਂ। ਅਤੇ ਆਪਾਂ ਉਸ ਨੂੰ, ਕਿਉਂਕਿ ਅਸੀਂ ਉਸ ਦੇ ਬੱਚੇ ਹਾਂ, ਉਹ ਪਰਮ ਆਤਮਾ ਹੈ। ਪਰਮਾਤਮਾ ਅਸੀਂ ਕਹਿੰਦੇ ਹਾਂ ਪਰਮ ਆਤਮਾ, ਸਭ ਤੋਂ ਸ਼੍ਰੇਸ਼ਠ ਆਤਮਾ ਹੈ। ਅਤੇ ਉਹ ਆਤਮਾ ਸਾਡੇ ਵਰਗਾ, ਅਸੀਂ ਵੀ ਆਤਮਾ, ਪਰ ਉਹ ਪਰਮ ਨੇ, ਅਸੀਂ ਪਰਮ ਨਹੀਂ ਹੈਗਾ, ਅਸੀਂ ਬਣਨਾ। ਪਰ ਜਿਸ ਤਰ੍ਹਾਂ ਜਿੰਨਾ ਮਰਜ਼ੀ ਅਸੀਂ ਉਸ ਦੇ ਗੁਣ, ਅਸੀਂ ਉਸ ਦੇ ਵਰਗਾ ਬਣ ਸਕਦੇ ਹਾਂ, ਪਰ ਸਾਡਾ ਰੋਲ ਨਹੀਂ ਹੈਗਾ ਕੁਦਰਤ ਨੂੰ ਸੰਭਾਲਣ ਦਾ। ਉਸ ਦੀ ਰੋਲ ਹੈਗਾ ਕੁਦਰਤ ਨੂੰ ਸੰਭਾਲਣ ਦਾ, ਅਤੇ ਉਸ ਦੀ ਰੋਲ ਹੈਗਾ ਕਿ ਘਰ ਵਿੱਚ ਹਮੇਸ਼ਾ ਰਵੇ, ਤਾਂ ਕਿ ਕਿਉਂਕਿ ਅਗਰ ਘਰ ਤੋਂ ਸਾਰੇ ਅਸੀਂ ਛੱਡ ਕੇ ਆਈਏ, ਉਸ ਪਰਮ ਨਾਮ ਨੂੰ ਛੱਡ ਕੇ ਅਸੀਂ ਸਾਰੇ ਆਈਏ, ਅਤੇ ਫਿਰ ਸ਼ਾਇਦ ਘਰ ਜਾਣ ਦਾ ਰਸਤਾ ਭੁੱਲ ਜਾਵਾਂਗੇ। ਸ਼ਾਇਦ ਕਰਮ ਖੇਡ ਵਿੱਚ ਆ ਕੇ ਕਾਫੀ ਕੁਛ ਭੁੱਲ ਜਾਂਦੇ ਹਾਂ। ਅਤੇ ਉਹ ਅਕਾਲ ਪੁਰਖ ਜਿਹੜਾ ਹੈ ਨਾ, ਉਹ ਨਹੀਂ ਘਰ ਨੂੰ ਛੱਡਦਾ, ਕਿਉਂਕਿ ਉਹ ਫਿਰ ਸਾਨੂੰ ਸਾਰੇ ਨੂੰ ਵਾਪਸ ਲੈ ਕੇ ਜਾਂਦਾ ਉੱਥੇ ਜਿੱਥੇ ਉਹ ਵਸਦਾ। ਅਤੇ ਉਹ ਜਿਹੜੀ ਥਾਂ ਹੈ, ਉਸ ਦੀ ਸੋਧਰ ਹੈ, ਉਸ ਦੀ ਉਹ ਥਾਂ ਹੈ, ਉੱਥੋਂ ਉਹ ਸਾਰਾ ਧਿਆਨ ਰੱਖ ਰਿਹਾ। ਇਹ ਪੌੜੀ ਨੰਬਰ 27 ਵਿੱਚ ਅਸੀਂ ਗਹਿਰਾਈ ਵਿੱਚ ਇਸ ਨੂੰ ਸਮਝਿਆ। ਅਤੇ ਆਪਾਂ ਛੋਟੀ ਜਿਹੀ, ਅਸੀਂ ਫਿਰ ਮੈਂ ਕਹਿੰਦੀ ਹਾਂ ਅਸੀਂ ਛੋਟੇ ਹਾਂ, ਪਰ ਉਸ ਦੀ ਬੱਚੀ ਹਾਂ, ਅਤੇ ਉਸ ਦੇ ਅਜ਼ੀਜ਼ ਹਾਂ, ਅਤੇ ਉਸ ਦੇ ਪਿਆਰੇ ਹਾਂ। ਤਾਂ ਸਾਡੇ ਵਾਸਤੇ ਸਪੈਸ਼ਲ ਭੇਜਦੇ ਨੇ ਮਹਾਂਪੁਰਖ, ਸਾਨੂੰ ਸਿਖਾਉਣ ਵਾਸਤੇ, ਸਾਨੂੰ ਸਹੀ ਰਾਹ 'ਤੇ ਲਿਆਉਣ ਵਾਸਤੇ। ਅਤੇ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੀ ਆਏ, ਬੁੱਧਾ ਵੀ ਆਏ, ਜੀਸਸ ਵੀ ਆਏ, ਅਤੇ ਹੁਣ ਬ੍ਰਹਮਾ ਬਾਬਾ ਦੁਆਰਾ ਖੁਦ ਆ ਕੇ ਆਪਣੇ ਪਰਿਚੈ ਸਾਨੂੰ ਦੇ ਰਹੇ ਨੇ, ਅਤੇ ਆਪਣੀ ਵਡਿਆਈ, ਆਪਣੀ ਜਿਹੜੀ ਉਹ ਕੀ ਚਾਹੁੰਦੇ ਸਾਡੇ ਕੋਲ, ਉਹ ਡਿਟੇਲ ਵਿੱਚ ਸਾਨੂੰ ਦੱਸ ਰਹੇ ਨੇ। ਕਿਸ ਤਰ੍ਹਾਂ ਸਾਨੂੰ ਅੰਮ੍ਰਿਤ ਵੇਲੇ ਕਰਨ ਦਾ ਸ਼ਕਤੀ ਦੇ ਰਹੇ ਨੇ। ਦੁਨੀਆ ਵਿੱਚ ਇਹੋ ਜਿਹੀ ਸੰਸਥਾ ਤੁਹਾਨੂੰ ਮਿਲੇਗੀ ਵੀ ਨਹੀਂ ਜਿੱਥੇ ਸਾਰੇ ਅੰਮ੍ਰਿਤ ਵੇਲਾ ਉੱਠ ਕੇ, ਹਰ ਇੱਕ ਜੀਵ ਅੰਮ੍ਰਿਤ ਵੇਲਾ ਉੱਠ ਕੇ ਉਸ ਦੀ ਨਾਲ ਗੋਬਿੰਦ ਮਿਲਨ ਯੋਗ ਕਰ ਰਹੇ ਨੇ, ਅਤੇ ਸ਼ਾਂਤੀ ਵਿੱਚ, ਚੁੱਪ ਦੇ ਵਿੱਚ, ਅਤੇ ਸੰਗਠਨ ਰੂਪ ਵਿੱਚ। ਕੋਈ ਲੇਜ਼ੀਨੈਸ ਨਹੀਂ ਹੈ, ਅਤੇ ਕੋਈ ਆਲਸਪਨ ਨਹੀਂ ਹੈ, ਕੋਈ ਅਲਬੇਲਾਪਨ ਨਹੀਂ, ਸਾਰੇ ਕਰਦੇ ਨੇ। ਇੱਥੇ ਇੰਨੀ ਵੱਡੀ ਸ਼ਕਤੀ ਹੈ, ਇੰਨੀ ਵੱਡੀ ਐਨਰਜੀ ਹੈ। ਇੱਥੇ ਆ ਕੇ ਤੇ ਕੋਈ ਸਾਧਾਰਨ ਇਨਸਾਨ ਵੀ ਸੰਤ ਮਹਾਤਮਾ ਬਣ ਸਕਦਾ ਹੈ, ਕਿਉਂਕਿ ਇੱਥੇ ਹੈ ਹੀ ਉਹ ਜਿਹੀ ਜਗ੍ਹਾ ਜਿਹੜਾ ਕਿ ਅਸੀਂ ਬ੍ਰਹਮ ਗਿਆਨੀਆਂ ਬਣਨ ਵਾਸਤੇ ਆਏ ਹਾਂ। ਅਤੇ ਆਪਾਂ ਉਸ ਦੀ ਖੋਜ ਕਰ ਰਹੇ ਹਾਂ, ਅਸੀਂ ਉਸ ਨੂੰ ਸਮਝ ਰਹੇ ਹਾਂ ਜੋ ਕਿ ਜਪਜੀ ਸਾਹਿਬ ਵਿੱਚ ਲਿਖਿਆ, ਜੋ ਕਿ ਗੁਰੂ ਸਾਨੂੰ ਦੱਸ ਰਿਹਾ ਕਿ ਇਹ ਕਰਨਾ ਹੈ, ਅਤੇ ਆਪਾਂ ਸਮਝਦੇ ਨਹੀਂ। ਪਰ ਇੱਥੇ ਆ ਕੇ ਫਿਰ ਹਰ ਇੱਕ ਗੱਲ ਜਿਹੜੀ ਗੁਰੂ ਕਰ ਰਹੇ ਸਨ, ਉਸ ਨੂੰ ਵੀ ਇੱਥੇ ਆ ਕੇ ਸਮਝਿਆ। ਉਸ ਤੋਂ ਪਹਿਲਾਂ ਮੈਂ ਨਹੀਂ ਸੀ ਸਮਝਿਆ, ਮਤਲਬ ਸਮਝ ਗਿਆ ਸੀ, ਪਰ ਉਸ ਨੂੰ ਐਕਸਪੀਰੀਅੰਸ ਨਹੀਂ ਸੀ ਕੀਤਾ। ਪਰ ਉਸ ਨੂੰ ਜਦ ਅਸੀਂ ਸਮਝ ਲਏ ਕਿ ਮੈਂ ਜੋਤ ਹਾਂ ਅਤੇ ਉਹ ਵੀ ਜੋਤ ਹੈ, ਅਤੇ ਫਿਰ ਆਪਾਂ ਰਲ ਮਿਲ ਕੇ ਬਹੁਤ ਉਸ ਦੀ ਫਿਰ
ਆਪਾਂ ਡਿਸਟੈਂਸ ਜਿਹੜੇ ਸਾਡੇ ਉਹ ਮਿਟਾ ਸਕਾਂਗੇ। ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਸਾਡੇ ਕਹਿਣਾ ਮੰਨਣ, ਸਾਰੇ ਅਜ਼ੀਜ਼ ਕੋਈ ਵੀ ਸਾਡੇ ਨੇੜੇ ਕੋਈ ਵੀ ਸਾਡੇ ਨਾਲ ਹੈ ਉਹ ਸਾਰੇ ਜੋ ਅਸੀਂ ਕਹਿੰਦੇ ਉਸ ਦਾ ਕਹਿਣਾ ਮੰਨਣ, ਕਿਉਂਕਿ ਅਸੀਂ ਸਮਝਦੇ ਹਾਂ ਅਸੀਂ ਸਹੀ ਤਰੀਕੇ ਦੇ ਨਾਲ ਸਹੀ ਸੋਚ ਦੇ ਨਾਲ ਉਹਨਾਂ ਨੂੰ ਰਾਏ ਦੇ ਰਹੇ ਹਾਂ, ਪਾਲ ਰਹੇ ਹਾਂ। ਜਿਵੇਂ ਬੱਚਿਆਂ ਨੂੰ ਕਹਿੰਦੇ ਆ ਉਹ ਕਰ ਇਹ ਕਰ, ਇਹ ਸਕੂਲ ਜਾਏ, ਉਹ ਫਿਰ ਪੜ੍ਹੀ, ਫਿਰ ਇਹ ਕੰਮ ਕਰੀ, ਅਸੀਂ ਸਮਝਦੇ ਅਸੀਂ ਸਹੀ ਰਾਏ ਦਿੰਦੇ ਹਾਂ। ਅਤੇ ਪਿਆਰ ਦੇ ਵਿੱਚ ਅਸੀਂ ਸਹੀ ਰਾਹ ਹੀ ਦਿੰਦੇ ਹਾਂ, ਲੇਕਿਨ ਕਈ ਵਾਰੀ ਉਹ ਸਾਡੇ ਕਹਿਣਾ ਨਹੀਂ ਮੰਨਦੇ, ਕਿਉਂਕਿ ਉਹਨਾਂ ਦੀ ਆਪਣਾ ਆਪ ਦਾ ਹੋਂਦ ਵੀ ਹੈਗਾ। ਪਰ ਜਿਵੇਂ ਸਾਨੂੰ ਪਤਾ ਹੈ, ਕਿਉਂਕਿ ਅਸੀਂ ਐਕਸਪੀਰੀਅੰਸ ਕਰਕੇ ਆਪਣੇ ਬੱਚਿਆਂ ਵਾਸਤੇ ਦੀ ਬੈਸਟ ਚਾਹਵਾਂਗੇ, ਉਸੇ ਤਰ੍ਹਾਂ ਅਕਾਲ ਪੁਰਖ ਵੀ ਆਪਣੇ ਬੱਚਿਆਂ ਵਾਸਤੇ ਦੀ ਬੈਸਟ ਚਾਹੁੰਦੇ ਨੇ। ਅਤੇ ਅਸੀਂ ਕਈ ਵਾਰੀ ਢੀਠ ਹੁੰਦੇ ਹਾਂ ਅਤੇ ਉਸ ਦੀ ਗੱਲ ਨੂੰ ਨਹੀਂ ਮੰਨਦੇ ਹਾਂ, ਪਰ ਉਹ ਸਾਡੇ ਵਾਸਤੇ ਸਭ ਤੋਂ ਬੈਸਟ ਗੱਲ ਹੀ ਆਖੇਗੀ ਸਾਨੂੰ ਆਪਣੇ ਨਾਲ ਜੋੜਨ ਦਾ। ਅਕਾਲ ਪੁਰਖ ਆਪਣੇ ਨਾਲ ਸਾਨੂੰ ਜੋੜਨ ਦਾ ਜਿਹੜੀ ਗੱਲ ਕਰਦੇ ਨੇ ਕਿ ਤੂੰ ਮੈਨੂੰ ਯਾਦ ਕਰ, ਇੱਕ ਗੱਲ ਹੈ, ਇਹ ਪੂਰਾ ਨਿਚੋੜ ਉਸ ਦੀ ਵਡਿਆਈ, ਉਸਨੂੰ ਸਮਝਣਾ ਉਹ ਕੀ ਹੈ, ਮੈਂ ਕੌਣ ਹਾਂ, ਮੈਂ ਇਸ ਸ੍ਰਿਸ਼ਟੀ ਵਿੱਚ ਆਇਆ, ਕਰਮ ਦਾ ਖੇਲ ਸਮਝਣਾ, ਸਾਈਕਲ ਆਫ ਟਾਈਮ ਸਮਝਣਾ, ਉਹ ਅਸੀਂ ਕਿਉਂ ਕਰ ਰਹੇ ਹਾਂ। ਇੱਕ ਹੀ ਗੱਲ ਸਾਡੇ ਮਨ ਵਿੱਚ ਟਿਕ ਜਾਏ, ਗੁਰਾ ਇੱਕ ਤੇ ਬੁਝਾਏ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਇਸ ਇੱਕ ਗੱਲ ਨੂੰ ਜੇ ਮੈਂ ਸਮਝ ਲਿਆ ਅਤੇ ਫਿਰ ਮੈਂ ਸਮਝਾਂਗੀ ਕਿ ਮੈਂ ਤੇਰੇ ਵਰਗਾ, ਕਿਉਂਕਿ ਤੂੰ ਇੱਕ ਦਾਤਾ ਹੈ ਅਤੇ ਮੈਂ ਤੇਰੇ ਵਰਗਾ ਬਣਨਾ ਅਤੇ ਮੈਂ ਤੇਰੇ ਨਾਲ ਰਹਿਣਾ ਅਤੇ ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦੀ, ਕਿਉਂਕਿ ਤੂੰ ਹੀ ਹੈ ਜਿਹੜੀ ਸਾਡੀ ਰੱਖਿਆ ਕਰਨ ਵਾਲਾ ਹੈ। ਜੇ ਮੈਂ ਤੈਨੂੰ ਵਿਸਾਰ ਰਿਹਾ ਮਨੋਂ ਅਤੇ ਫਿਰ ਮੈਂ ਆਪਣੇ ਵਿਕਾਰ ਨੂੰ ਨਹੀਂ ਜਿੱਤ ਪਾਵਾਂਗੀ, ਆਪਣੇ ਖੁਸ਼ੀ, ਆਪਣੇ ਅੰਦਰ ਜੋ ਖੁਸ਼ੀ ਹੈ ਉਹ ਨਹੀਂ ਲੈ ਪਾਵਾਂਗੀ, ਕਿਉਂਕਿ ਤੂੰ ਚਲਾਉਣ ਵਾਲਾ। ਇੱਥੇ ਕੁਦਰਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਗਾਵੇਂ ਜਿਹੜੇ ਸਾਰੇ ਤੈਨੂੰ ਗਾ ਰਹੇ ਨੇ, ਇਹ ਜਦੋਂ ਅਸੀਂ ਗੱਲ ਕਰਦੇ ਹਾਂ ਅਸੀਂ ਸਮਝਦੇ ਹਾਂ ਕਿ ਅਸੀਂ ਉਸ ਦੇ ਵਰਗਾ ਬਣਨਾ ਚਾਹੁੰਦੇ ਹਾਂ। ਉਹ ਕਹਿ ਰਹੇ ਹੈ ਕਿ ਮੈਂ ਉਸ ਦੀ ਸ਼ਕਤੀ ਕਿੰਨੀ ਹੈ ਜਿਹੜਾ ਕਿ ਉਹ ਸਾਰਾ ਕੁਝ ਕਰ ਰਿਹਾ, ਤਾਂ ਉਹ ਸ਼ਕਤੀ ਆਪਾਂ ਉਸ ਦੇ ਬੱਚੇ ਹੋਣ ਦੇ ਰਾਈਟ ਵਿੱਚ ਅਸੀਂ ਉਸ ਕੋਲੋਂ ਲੈ ਸਕਣੇ ਹਾਂ। ਅਤੇ ਕਿਉਂ ਨਾ ਲਈਏ ਉਸ ਬੇਹੱਦ ਸ਼ਕਤੀ, ਉਸ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਇੰਤਜ਼ਾਰ ਕਰਦੇ ਨੇ ਕਿ ਅਸੀਂ ਆਈਏ ਉਹਨਾਂ ਕੋਲੋਂ ਅਤੇ ਉਸ ਦੀ ਸ਼ਕਤੀ ਲਈਏ। ਅਤੇ ਕਿਉਂ ਨਾ ਅਸੀਂ ਲਈਏ, ਅਸੀਂ ਕਿਉਂ ਉਸ ਦੀ ਸ਼ਕਤੀ ਨਹੀਂ ਲੈਂਦੇ, ਅਸੀਂ ਕਿਉਂ ਆਪਣਾ ਰੂਟੀਨ ਜ਼ਿੰਦਗੀ ਵਿੱਚ ਫਸੇ ਹੋਏ ਹਾਂ, ਕਦੇ ਉਹ ਖਾਧਾ, ਕਦੇ ਇਹ ਖਾਧਾ, ਕਦੇ ਉਹ ਸੈਲ ਕੀਤਾ, ਕਦੇ ਕੁਛ ਕੀਤਾ। ਉਸ ਦੀ ਵਡਿਆਈ, ਉਸ ਦੀ ਕੀ ਰਾਏ ਹੈ, ਉਹ ਸਾਡੇ ਵਾਸਤੇ ਕੀ ਚਾਹੁੰਦੇ ਨੇ, ਅਸੀਂ ਇਸ ਜ਼ਿੰਦਗੀ ਵਿੱਚ ਕਿਉਂ ਆਏ ਹਾਂ ਅਤੇ ਅੱਗੋਂ ਅਸੀਂ ਜਾਣਾ ਕਿੱਥੇ ਵੇ, ਇਹ ਆਵੋ ਜਾਵੋ ਦੀ ਗੱਲ ਕੀ ਹੈ, ਇਹ ਸਾਰਾ ਕੁਝ ਅਸੀਂ ਕਿਉਂ ਨਹੀਂ ਸਮਝਣਾ ਚਾਹੁੰਦੇ। ਇਹ ਬਹੁਤ ਜ਼ਰੂਰੀ ਗੱਲਾਂ ਨੇ ਕਿ ਆਪਾਂ ਉਸ ਕੁਦਰਤ ਨੂੰ ਪਹਿਚਾਣੀਏ, ਉਸ ਦੀ ਵਡਿਆਈ ਨੂੰ ਪਹਿਚਾਣੀਏ, ਉਸ ਦੀ ਮਹਾਨ ਸ਼ਕਤੀ ਨੂੰ ਪਹਿਚਾਣੀਏ, ਤਾਂ ਕਿ ਆਪਾਂ ਫਿਰ ਉਸ ਦੀ ਸ਼ਕਤੀ ਨੂੰ ਲੈਣਾ ਚਾਹਾਂਗੇ। ਜਦੋਂ ਅਸੀਂ ਸਮਝਦੇ ਹਾਂ ਉਹ ਇੰਨੇ ਵੱਡੇ ਹਸਤੀ ਨੇ, ਫਿਰ ਆਪਾਂ ਉਸ ਦੀ ਸ਼ਕਤੀ ਨੂੰ ਲੈਣਾ ਚਾਹਾਂਗੇ ਅਤੇ ਫਿਰ ਆਪਾਂ ਆਪਣੇ ਅੰਦਰ ਉਸ ਦੀ ਵਡਿਆਈ ਨੂੰ ਆਪਣੇ ਅੰਦਰ ਸ਼ੁਰੂ ਕਰਾਂਗੇ ਪਾਉਣਾ। ਪਰ ਸਭ ਤੋਂ ਪਹਿਲਾਂ ਸਾਡੇ ਵਿੱਚ ਉਹ ਵੈਰਾਗ ਅਤੇ ਉਹ ਖੋਜ ਤੇ ਹੋਣੀ ਚਾਹੀਦੀ। ਉਹ ਵੈਰਾਗ ਅਤੇ ਉਹ ਖੋਜ ਤੋਂ ਬਿਨਾਂ ਉਸਨੂੰ ਸਮਝਣਾ, ਆਪਣੇ ਆਪ ਨੂੰ ਸਮਝਣਾ ਆਲਮੋਸਟ ਨਾਮੁਮਕਿਨ ਹੈ। ਪਰ ਜੇ ਸਾਡੇ ਮਨ ਵਿੱਚ ਪਿਆਰ ਹੈਗਾ ਅਤੇ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਪਿਆਰ ਚਾਹੀਦਾ, ਖੁਸ਼ੀ ਚਾਹੀਦੀ ਹੈ। ਪਰ ਅਸੀਂ ਗਲਤ ਸਮਝ ਰਹੇ ਸਾਂ ਕਿ ਪਿਆਰ ਲੈਣ ਵਾਲੀ ਚੀਜ਼ ਹੈ, ਕਿਸੇ ਕੋਲੋਂ ਪਿਆਰ ਅਸੀਂ ਮੰਗਦੇ ਹਾਂ, ਇਹ ਗੱਲ ਨਹੀਂ ਹੈ। ਅਕਾਲ ਪੁਰਖ ਕੋਲੋਂ ਲੈਣਾ ਹੈ, ਇਹ ਕਿਸੇ ਨੇ ਸਾਨੂੰ ਨਹੀਂ ਦੱਸਿਆ। ਅਸੀਂ ਆਪਣੇ ਤਰੀਕੇ ਨਾਲ ਇਸ ਦੁਨੀਆ ਵਿੱਚ ਜੀਣ ਦੀ ਕੋਸ਼ਿਸ਼ ਕਰ ਰਹੇ, ਇੱਕ ਦੂਜੇ ਕੋਲ ਮੰਗ ਕੇ ਲੈ ਕੇ ਅਸੀਂ ਜੀ ਰਹੇ ਹਾਂ।
ਅਕਾਲ ਪੁਰਖ ਤੇ ਕਹਿੰਦੇ ਉਹ ਤੂੰ ਮੇਰੇ ਕੋਲ ਆ, ਇੱਕ ਹੀ ਤੈਨੂੰ ਥੋੜ੍ਹਾ ਪਿਆਰ ਦੇਣਗੇ, ਫਿਰ ਤੇਰੇ ਕੋਲ ਵਾਪਸ ਮੰਗਣਗੇ। ਐਕਸਪੈਕਟੇਸ਼ਨਸ ਹੁੰਦੀ ਹੈ ਦੁਨਿਆਵੀ ਪਿਆਰ ਵਿੱਚ, ਬਹੁਤ ਐਕਸਪੈਕਟੇਸ਼ਨਸ ਹੁੰਦੇ। ਮਾਂ ਪਿਓ ਅਤੇ ਬੱਚੇ ਦੇ ਰਿਲੇਸ਼ਨਸ਼ਿਪ ਵਿੱਚ ਵੀ ਇਸ ਯੁੱਗ ਵਿੱਚ ਐਕਸਪੈਕਟੇਸ਼ਨਸ ਬਹੁਤ ਹੀ ਵੱਧ ਗਿਆ। ਅਤੇ ਅਕਾਲ ਪੁਰਖ ਜਿਹੜਾ ਪਿਆਰ ਸਾਨੂੰ ਕਰਦਾ ਉਹ ਐਕਸਪੈਕਟੇਸ਼ਨਸ ਤੋਂ ਬਿਨਾਂ ਹੈ। ਜੇ ਉਹ ਕਹਿ ਰਹੇ ਨੇ ਕਿ ਮੇਰੇ ਨਾਲ ਮਿਲ, ਮੈਨੂੰ ਯਾਦ ਕਰ, ਇੱਕੋ ਗੱਲ ਹੀ ਕਹਿੰਦੇ ਨੇ, ਉਹ ਸਾਡੇ ਭਲਾ ਵਾਸਤੇ। ਉਹਨਾਂ ਦੀ ਐਕਸਪੈਕਟੇਸ਼ਨਸ ਨਹੀਂ ਹੈਗਾ ਸਿਰਫ ਸਾਨੂੰ, ਉਹਨਾਂ ਨੂੰ ਪਤਾ ਹੈ ਅਸੀਂ ਆਵਾਂਗੇ ਕਿ ਨਹੀਂ ਆਵਾਂਗੇ, ਪਰ ਉਹ ਸਾਡੇ ਭਲਾ ਵਾਸਤੇ ਸਾਨੂੰ ਯਾਦ ਦਿਲਾਉਂਦੇ ਨੇ ਕਿ ਤੈਨੂੰ ਇਹ ਕਰਨੀ ਪਏਗੀ, ਮੈਨੂੰ ਯਾਦ ਕਰਨੀ ਪਏਗੀ। ਉਸਨੂੰ ਯਾਦ ਕਰਨੀ ਹੈ। ਯਾਦ ਕਿੱਥੇ ਕਰੀਦੇ? ਮਨ ਦੇ ਵਿੱਚ। ਕਿਸ ਨੂੰ ਕਿੱਥੇ ਅਸੀਂ ਯਾਦ ਕਰਨੇ ਹਾਂ? ਮਨ ਦੇ ਵਿੱਚ। ਮਨ ਬੁੱਧੀ ਦੇ ਵਿੱਚ ਉਸ ਨੂੰ ਯਾਦ ਕਰਾਂਗੇ, ਮਤਲਬ ਉਸ ਨੂੰ ਵੇਖਾਂਗੇ, ਉਸ ਨੂੰ ਯੋਗ ਕਹਿੰਦੇ ਹਾਂ, ਉਸ ਨੂੰ ਗੋਬਿੰਦ ਮਿਲਨ ਕਹਿੰਦੇ ਹਾਂ। ਆਪਣੀ ਹੋਂਦ ਨੂੰ ਸਮਝਦੇ ਹਾਂ, ਉਸ ਦੀ ਵਡਿਆਈ ਨੂੰ ਸਮਝਦੇ ਹਾਂ, ਆਪਾਂ ਅੱਗੇ ਟੁਰ ਪਾਵਾਂਗੇ, ਅਸਾਂ ਉਸਦੀ ਕਹਿਣਾ ਮੰਨ ਪਾਵਾਂਗੇ। ਅਤੇ ਆਪਣੀ ਇਹ ਰੂਹਾਨੀਅਤ ਸਫ਼ਰ ਜਿਹੜਾ ਅਸੀਂ ਭੁੱਲ ਜਾਂਦੇ ਹਾਂ ਬਾਰ ਬਾਰ, ਉਹ ਸਮਝ ਆਏਗੀ ਅਤੇ ਅਸੀਂ ਉਸ ਦੀ ਕਿਰਪਾ ਦੇ ਨਾਲ ਉਸ ਨੂੰ ਸਫਲ ਕਰ ਪਾਵਾਂਗੇ। ਮੈਂ ਆਤਮਾ ਜੋਤੀ ਬਿੰਦੂ ਹਾਂ ਅਤੇ ਤੂੰ ਪਰਮਾਤਮਾ ਪਰਮ ਧਾਮ ਦੇ ਵਿੱਚ ਵਸਦਿਆ ਹੋਏ ਜੋਤੀ ਬਿੰਦੂ ਹੈ। ਅਤੇ ਤੈਨੂੰ ਮਿਲਣ ਦਾ ਇਹ ਜ਼ਿੰਦਗੀ ਦਾ ਮਕਸਦ, ਜਿਹੜਾ ਕਿ ਗੁਰੂ ਜੀ ਕਹਿ ਰਹੇ ਨੇ, ਨਾਨਕ ਕੇ ਘਰ ਕੇਵਲ ਨਾਮ, ਕੇਵਲ ਨਾਮ, ਇੱਕ ਹੀ ਗੱਲ ਹੈ। ਮਨ ਦੇ ਵਿੱਚ ਉਸ ਨੂੰ ਰੱਖਣਾ ਇੰਨਾ ਜ਼ਰੂਰੀ ਹੈ। ਇਸ ਸਰੀਰ ਵਿੱਚ ਖੇਡ ਖੇਡਦਿਆਂ, ਇਸ ਦੀ ਫਲ ਇਸ ਸਰੀਰ ਦੇ ਵਿੱਚ ਆਉਂਦਿਆਂ, ਇਸ ਨੂੰ ਫਾਇਦਾਮੰਦ ਬਣਾਉਣਾ, ਇਸ ਚੋਲੇ ਨੂੰ ਇਸ ਆਉਣ ਜਾਣ ਦੇ ਵਿੱਚ ਸਫਲ ਕਰਨਾ, ਉਹ ਸਾਡੀ ਜ਼ਿੰਦਗੀ ਦਾ ਮਕਸਦ ਹੈ, ਰੂਹਾਨੀ ਮਕਸਦ। ਅਤੇ ਆਪਾਂ ਅਕਾਲ ਪੁਰਖ ਨੂੰ ਮਿਲ ਰਹੇ ਹਾਂ ਮਨ ਦੇ ਵਿੱਚ, ਅਤੇ ਉਸ ਕੋਲੋਂ ਸ਼ਕਤੀ ਲੈ ਰਹੇ ਹਾਂ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਇਹ ਕੱਪੜਾ ਜਿਹਾ ਸਰੀਰ ਨੂੰ ਅਸੀਂ ਉਸ ਦਾ ਮਕਸਦ ਤੱਕ ਪਹੁੰਚਾ ਰਹੇ ਹਾਂ ਅਕਾਲ ਪੁਰਖ ਨੂੰ ਮਿਲ ਕੇ। शुक्र शुक्र शुक्र। थैंक यू जी, आप आज फिर इन्ना सोहना साथ दिता है, आप जी का शुक्रिया। तो अगली कड़ी फिर अगां एक ओंकार एक परमात्मा के एपीसोड्स विच आपां अगां टुरांगे, 28वीं पौरवी करांगे। थैंक यू जी। ओम शांति, सत श्री अकाल।